ਅੱਜ ਕ੍ਰਿਸਚੈਨਿਟੀ ਨੂੰ ਜੀਸਸ ਕ੍ਰਾਈਸਟ ਨੂੰ ਸੂਲੀ ਤੇ ਚੜ੍ਹਿਆ 2020 ਸਾਲ ਹੋ ਗਏ। ਈਸਾਈਆਂ ਨੂੰ ਸਲੀਬ ਤੇ ਟੰਗਿਆ ਜੀਸਸ ਕ੍ਰਾਈਸਟ ਅੱਜ ਵੀ ਨਜ਼ਰ ਆਉਂਦਾ ਹੈ। ਇਸਲਾਮ ਦੀ ਉਮਰ 800 ਸਾਲ ਹੈ। 800 ਸਾਲ ਪਹਿਲਾਂ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ ਹਸਨ ਤੇ ਹੁਸੈਨ ਫਿਰਾਤ ਦਰਿਆ ਦੇ ਕਿਨਾਰੇ ਕਰਬਲਾ ਦੇ ਮੈਦਾਨ ਵਿੱਚ ਪਿਆਸੇ ਰੱਖ ਕੇ ਸ਼ਹੀਦ ਕੀਤੇ ਗਏ। 800 ਵਰੇ ਹੋ ਗਏ। ਅੱਜ ਵੀ ਇਸਲਾਮ ਨੂੰ ਮੰਨਣ ਵਾਲਿਆਂ ਨੂੰ ਉਹਨਾਂ ਦਾ ਦਰਦ ਯਾਦ ਹੈ। ਮੁਹੱਰਮ ਦੇ ਮਹੀਨੇ ਉਹ ਚੀਖਾ ਮਾਰਦੇ ਨੇ। ਮੁਸਲਮਾਨ ਔਰਤਾਂ ਹਸਨ ਹੁਸੈਨ ਦੀ ਸ਼ਹਾਦਤ ਦੇ ਦਰਦ ਵਿੱਚ ਸਿਆਹ ਲਿਬਾਸ ਪਹਿਨਦੀਆਂ ਨੇ। ਉਹਨਾਂ ਦੇ ਘਰਾਂ ਵਿੱਚ ਲਜ਼ੀਜ਼ ਪਕਵਾਨ ਨਹੀਂ ਬਣਦੇ। ਮੁਹੱਰਮ ਵਾਲੇ ਦਿਨ ਔਰਤਾਂ ਆਪਣੀਆਂ ਵੰਗਾਂ ਤੋੜ ਦਿੰਦੀਆਂ ਨੇ, ਚੂੜੀਆਂ ਤੋੜਦੀਆਂ ਨੇ। ਮਰਦ ਆਪਣੀਆਂ ਛਾਤੀਆਂ ਪਿੱਟਦੇ ਨੇ, ਯਾ ਹੁਸੈਨ ਕਰਦੇ, ਖੂਨ ਕੱਢ ਲੈਂਦੇ ਨੇ। ਖੂਨ ਦਾ ਨਜ਼ਰਾਨਾ ਸ਼ਹੀਦਾਂ ਨੂੰ ਦਿੰਦੇ ਨੇ। ਔਰਤਾਂ ਜਦ ਵੰਗਾਂ ਤੋੜਦੀਆਂ ਨੇ, ਇੰਜ ਤੋੜਦੀਆਂ ਕਿ ਉਹਨਾਂ ਦੀਆਂ ਵੀਣੀਆਂ ਵਿੱਚੋਂ ਖੂਨ ਬਾਹਰ ਆਵੇ, ਖੂਨ ਸਿਮੇ, ਤਾਂ ਕਿ ਉਹ ਖੂਨ ਦਾ ਨਜ਼ਰਾਨਾ ਸ਼ਹੀਦਾਂ ਨੂੰ ਦੇ ਸਕਣ। 800 ਸਾਲ ਸਭ ਕੁਝ ਸੱਜਰਾ, ਸਾਡੇ 316 ਸਾਲ ਅਸੀਂ ਸਭ ਕੁਝ ਭੁੱਲ ਗਏ। जिनका मुंह सूंघने से दूध की बू आती थी वही मासूम मेरी कौम के राहबर ठहरे। ਜਦੋਂ ਅਸੀਂ ਇਹ ਪੋਹ ਦੀਆਂ 7 ਰਾਤਾਂ ਨੂੰ ਵੇਖਦੇ ਹਾਂ, ਸ਼ਾਇਦ ਸਾਰੀ ਦੁਨੀਆ ਉੱਤੇ ਸਾਨੂੰ ਇਹਦੇ ਤੋਲ ਕੋਈ ਦੂਸਰਾ ਵਾਕਿਆ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਅੱਗੇ ਹੈ ਮਾਤਾ ਗੁਜਰੀ, ਪਿੱਛੇ ਨੇ ਲਾਲ ਚਾਰੇ, ਪੱਥਰਾਂ 'ਚ ਜਿੰਦੜੀ ਨਾ ਰੋਲ ਹੋ ਗੁਜਰੀ ਦੇ ਪਿਆਰੇ। ਮੈਂ ਬਲਿਹਾਰ ਹਾਂ ਕਲਗੀਆਂ ਵਾਲਿਆ ਓਏ, ਤੂੰ ਤੇ ਆਗਿਆ ਅਕਾਲ ਦੀ ਮੰਨ ਲਈਏ, ਤੇ ਕੋਈ ਕਵੇ ਨਾ ਪੁੱਤ ਮਰਵਾਉਣ ਵੇਲੇ, ਹੋ ਪੱਟੀ ਗੁਰਾਂ ਨੇ ਅੱਖਾਂ ਤੇ ਬੰਨ ਲਈਏ। ਚਮਕੌਰ ਦੀ ਗੜੀ ਦੇ ਵਿੱਚ ਜਦੋਂ ਦੋਨਾਂ ਸਾਹਿਬਜ਼ਾਦਿਆਂ ਨੂੰ ਸਿਰ ਤੇ ਕਲਗੀ ਲਗਾ ਕੇ ਉਹ ਖੁਦ ਜੰਗ ਦੇ ਵਿੱਚ ਤੋਰਦੇ ਨੇ, ਤਾਂ ਉਸ ਵੇਲੇ ਉਸ ਸ਼ਹਾਦਤ ਦੇ ਸੰਕਲਪ ਨੂੰ ਗੁਰੂ ਸਾਹਿਬ ਆਪ ਰੂਪਮਾਨ ਕਰਦੇ ਪ੍ਰਤੀਤ ਹੁੰਦੇ ਨੇ ਤੇ ਆਪਣੇ ਗੁਰਸਿੱਖਾਂ ਨੂੰ ਆਪਣੇ ਜੀਵਨ ਦੇ ਨਾਲ ਇਹ ਮਿਸਾਲ ਦਿੰਦੇ ਨੇ ਕਿ ਸਿੱਖ ਨੇ ਕਿਸ ਤਰ੍ਹਾਂ ਅਨਿਆਂ ਦੇ ਖਿਲਾਫ ਆਪਣਾ ਆਪਾ ਵਾਰਨਾ। ਤਾਂ ਇਹ ਜਜ਼ਬਾ ਕਿਤੇ ਨਾ ਕਿਤੇ ਅੱਜ ਤੱਕ ਸਿੱਖ ਜਨਮਾਨਸ ਦੇ ਵਿੱਚ ਅਸੀਂ ਕਦੇ ਵੀ ਕੋਈ ਵੀ ਜ਼ੁਲਮ ਕਿਤੇ ਵੀ ਹੁੰਦਾ ਤਾਂ ਸਿੱਖ ਜਨਮਾਨਸ ਉਹਦੇ ਖਿਲਾਫ ਉੱਠਦਾ। ਤਾਂ ਇਸ ਕਿਸਮ ਦਾ ਜਿਹੜਾ ਸ਼ਹਾਦਤ ਦਾ ਜਜ਼ਬਾ ਹੈ, ਇਸ ਕਿਸਮ ਦਾ ਜੋ ਬੇਇਨਸਾਫੀ ਦੇ ਖਿਲਾਫ ਖੜੇ ਹੋਣ ਦਾ ਜਜ਼ਬਾ ਹੈ, ਇਹ ਕਿਤੇ ਨਾ ਕਿਤੇ ਉਹ ਦਸ਼ਮੇਸ਼ ਪਿਤਾ ਦੇ ਵੱਲੋਂ ਜਿਹੜੀ ਸਾਡੇ ਵਿੱਚ ਆਪਣੀ ਪਰਿਵਾਰ ਦੀ ਕੁਰਬਾਨੀ ਦੇ ਨਾਲ ਰੂਹ ਫੂਕੀ ਗਈ ਹੈ, ਉਹ ਕਿਤੇ ਨਾ ਕਿਤੇ ਇੱਥੇ ਰੂਪਮਾਨ ਹੁੰਦੀ ਹੈ। ਸੱਤ ਦਸੰਬਰ 1705 ਦਾ ਦਿਨ ਅਸਮਾਨ ਦੀ ਸਲੇਟ ਤੇ ਵਕਤ ਦੀਆਂ ਗਿਣਤੀਆਂ ਮਿਣਤੀਆਂ ਉਲਟਾਉਣ ਦਾ ਦਿਨ ਸੀ। ਇਹ ਉਹ ਦਿਨ ਸੀ ਜਿਸ ਨੇ ਇਸ ਗੱਲ ਦਾ ਗਵਾਹ ਬਣਨਾ ਸੀ ਕਿ ਕਿਵੇਂ ਇੱਕ ਪਿਤਾ ਨੇ ਆਉਣ ਵਾਲੀ ਨਸਲ ਦੀ ਗੋਦ ਸੁੰਨੀ ਹੋਣ ਤੋਂ ਬਚਾਉਣ ਵਾਸਤੇ ਆਪਣੇ ਗੋਦ ਖੜਾਏ ਪੁੱਤਰ ਵੀ ਵਾਰ ਦਿੱਤੇ। ਗੁਰੂ ਸਾਹਿਬ ਦੋਵੇਂ ਵੱਡੇ ਸਾਹਿਬਜ਼ਾਦੇ ਤੇ ਸਿੰਘਾਂ ਨੇ ਚਮਕੌਰ ਦੀ ਕੱਚੀ ਗੜੀ ਵਿੱਚ ਡੇਰੇ ਲਾ ਲਏ ਤੇ ਇਤਿਹਾਸ ਆਪਣੇ ਹੱਥ ਵਿੱਚ ਸਮੇਂ ਦੀ ਕਲਮ ਲੈ ਕੇ ਗੜੀ ਦੇ ਬੂਹੇ ਤੇ ਆ ਬੈਠਾ। ਉਹਦੀ ਚੰਡੀ ਨੇ ਕਈ ਹਜ਼ਾਰ ਮੋਛੇ, ਕਿਤੇ ਦੁਸ਼ਮਣਾਂ
ਨਾ ਚਮਕੌਰ ਦੀ ਗੜੀ ਵਿੱਚ ਦਸਮ ਪਾਤਸ਼ਾਹ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਵੱਡੇ ਲਾਡਲੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੰਗ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ। 4 ਦਿਨ ਬਾਅਦ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣ ਕੇ ਤਸੀਹੇ ਸਹਿ ਕੇ ਆਪਣੇ ਸਿਦਕ ਤੇ ਪਹਿਰਾ ਦਿੰਦੇ ਹੋਏ ਸ਼ਹੀਦ ਹੋ ਗਏ। ਸੋ ਮੁਸਲਮਾਨ ਪ੍ਰੇਮੀ ਨਿਹੰਗ ਖਾਂ ਦੇ ਘਰੋਂ ਮਹਾਰਾਜ ਚਮਕੌਰ ਸਾਹਿਬ ਪਹੁੰਚਦੇ ਆ, ਜਿੱਥੇ ਪਹਿਲਾਂ ਵੀ ਸਤਿਗੁਰੂ ਜੀ ਕੁਰੂਕਸ਼ੇਤਰ ਤੋਂ ਆਉਂਦਿਆਂ 3 ਦਿਨ ਵਾਸਤੇ ਰੁਕੇ ਸਨ। ਉਹਨਾਂ ਨੂੰ ਉੱਥੋਂ ਦੀ ਭੂਗੋਲਿਕ ਸਥਿਤੀ ਦਾ ਚੰਗੀ ਤਰ੍ਹਾਂ ਗਿਆਨ ਸੀ। ਉੱਚੀ ਗੜੀ ਦੇ ਵਿੱਚ ਟਿਕਾਣਾ ਕਰਕੇ 8 ਪੋਹ ਨੂੰ ਇੱਥੇ ਹੀ ਸਾਰੇ ਮੁਗਲ ਫੌਜ ਦਾ ਮੁਕਾਬਲਾ ਕੀਤਾ, 10 ਲੱਖ ਫੌਜ ਦਾ। ਇੱਥੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ। ਕਲਗੀ ਮਾਰੇ ਚਮਕਾਰੇ ਕੋੜਾ ਕਰੇ ਅਸਿਆਰੇ ਗੁਰੂ ਬਾਜਾਂ ਵਾਲਿਆ, ਦੁਨੀਆ ਤੋਂ ਚੋਜਨੇ ਨਿਆਰੇ ਧੰਨ ਗੁਰੂ ਬਾਜਾਂ ਵਾਲਿਆ। ਉਸ ਜੰਗ ਵਿੱਚ 40 ਸਿੰਘ ਸ਼ਹੀਦ ਹੋ ਗਏ, ਦੋਵੇਂ ਵੱਡੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ। ਚਮਕੌਰ ਦੀ ਗੜੀ ਦੀ ਇਹ ਜੰਗ ਭਾਵੇਂ ਇਹ ਸਾਡੇ ਇਤਿਹਾਸ ਦਾ ਇੱਕ ਬਹੁਤ ਸੁਨਹਿਰੀ ਪੰਨਾ ਹੈ, ਪਰ ਮੈਂ ਇਹਨੂੰ ਕਹਿੰਦੀ ਹੁੰਦੀ ਹਾਂ ਵੀ ਇਹ ਲਹੂ ਭਿੱਜਿਆ ਪੰਨਾ, ਕਾਲੇ ਹਾਸ਼ੀਏ ਵਾਲਾ, ਜਿੱਥੇ ਸਾਡੇ ਸਿੰਘ, ਸਾਡੇ ਸਾਹਿਬਜ਼ਾਦੇ ਸ਼ਹੀਦ ਹੋਏ ਤੇ ਗੁਰੂ ਸਾਹਿਬ ਉੱਥੋਂ ਗੜੀ ਛੱਡ ਕੇ ਸਿੰਘਾਂ ਦੇ ਹੁਕਮ ਨਾਲ ਚਲੇ ਗਏ। ਤੇ ਇਹ ਜੰਗ ਭਾਵੇਂ ਮੁਗਲਾਂ ਨੇ ਲੜੀ ਜਾਂ ਉਹਨਾਂ ਦੇ ਨਾਲ ਪਹਾੜੀ ਰਾਜਿਆਂ ਦਾ ਉਹਨਾਂ ਨੂੰ ਸਹਿਯੋਗ ਸੀਗਾ, ਪਰ ਸਿੰਘਾਂ ਨੇ ਹਾਰ ਨਹੀਂ ਮੰਨੀ। ਉਹਨਾਂ ਨੇ ਦੱਸਿਆ ਵੀ ਸਾਡੇ ਗੁਰੂ 'ਚ ਇੰਨੀ ਸ਼ਕਤੀ ਹੈ ਸੱਚ ਧਰਮ ਦੀ ਰੱਖਿਆ ਕਰਨ ਵਾਸਤੇ ਵੀ ਉਹ ਤਾਂ ਚਿੜੀਆਂ ਤੋਂ ਆਵਾਜ਼ ਤੁਲਾ ਸਕਦੇ ਨੇ। ਸੋ ਇਹ ਉਹਨਾਂ ਨੇ ਉੱਥੇ ਸਾਬਤ ਕੀਤਾ। ਚਮਕੌਰ ਦੀ ਜੰਗ 'ਚ ਸ਼ਹੀਦ ਹੋਏ ਸਿੰਘਾਂ ਦੀ ਯਾਦ 'ਚ ਤੇ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ, ਜਾਂ ਜਿਸ ਨੂੰ ਅਸੀਂ ਸ਼ਹੀਦੀ ਸਭਾ ਹੀ ਕਹਿੰਦੇ ਹਾਂ, ਉਹ ਸਭਾ ਭਰਦੀ ਹੈ। ਉਸ ਦਿਨ ਗੁਰੂ ਸਾਹਿਬ ਨੇ ਮਨੁੱਖਤਾ ਦੀ ਕਚਹਿਰੀ ਵਿੱਚ ਇਸ ਗੱਲ ਦਾ ਸਬੂਤ ਵੀ ਦੇਣਾ ਸੀ ਕਿ ਅਜੀਤ ਤੇ ਜੁਝਾਰ ਹੀ ਨਹੀਂ, ਸਗੋਂ ਚਮਕੌਰ ਦੀ ਧਰਤੀ 'ਤੇ ਉਸ ਸਮੇਂ ਵਗ ਰਹੇ ਅੱਗ ਦੇ ਦਰਿਆ ਨੂੰ ਡੱਕਣ ਵਾਲੇ ਸਾਰੇ ਸੂਰਮੇ ਉਹਨਾਂ ਦੇ ਸਾਹਿਬਜ਼ਾਦੇ ਨੇ। ਗੁਰੂ ਸਾਹਿਬ ਨੂੰ ਇਸ ਗੱਲ ਦਾ ਭਲੀ ਭਾਂਤ ਪਤਾ ਸੀ ਕਿ ਸਮੇਂ ਦੀ ਅੱਖ ਵੇਖ ਰਹੀ ਸੀ ਕਿ ਜਰਵਾਣਿਆਂ ਦੀ ਜੰਨ ਦੇ ਬਿਫਰੇ ਘੋੜੇ 'ਤੇ ਕਾਠੀ ਪਾਉਣ ਲਈ ਅੱਜ ਮਾਂ ਗੁਜਰੀ ਦਾ ਜਾਇਆ ਆਪਣੀਆਂ ਸੋਨੇ ਦੀਆਂ ਮੋਹਰਾਂ ਵਾਰਦਾ ਕਿ ਨਹੀਂ। ਗੁਰੂ ਸਾਹਿਬ ਦੀ ਇਸ ਸਮਰਪਣਾ ਦੇ ਵਿੱਚੋਂ ਹੀ ਚਮਕੌਰ ਦੀ ਗੜੀ ਦਾ ਜਿਹੜਾ ਯੁੱਧ ਹੈ ਉਹ ਲੜਿਆ ਜਾਂਦਾ ਹੈ ਤੇ ਅਸੀਂ ਸਮਝਦੇ ਹਾਂ ਕਿ 1.25 ਲੱਖ ਨਾਲ ਇੱਕ ਲੜਾਉਣ ਦਾ ਸੰਕਲਪ ਹੈ ਉਹ ਇੱਥੇ ਰੂਪਮਾਨ ਹੁੰਦਾ। ਉਹ ਕੌਤਕ ਨੇ ਉਹ ਇੱਥੇ ਖੇਡੇ ਜਾਂਦੇ ਨੇ। ਇਤਿਹਾਸ ਦੇ ਵਿੱਚ ਚਮਕੌਰ ਦੀ ਜੰਗ ਹੈ ਉਹ ਬਹੁਤ ਲਾਸਾਨੀ ਜੰਗ ਹੈ, ਜਿੱਥੇ 10 ਲੱਖ ਦੇ ਕਰੀਬ ਫੌਜ ਦਾ ਮੁਕਾਬਲਾ 40 ਸਿੰਘਾਂ ਨੇ ਗੁਰੂ ਪਾਤਸ਼ਾਹ ਦੀ ਰਹਿਨੁਮਾਈ ਦੇ ਵਿੱਚ ਉਹ ਲਾਸਾਨੀ ਜੰਗ ਜਿੱਤੀ ਹੈ। ਜਿਹੜੇ ਮੁਗਲ ਨੇ ਉਹਨਾਂ ਨੂੰ ਇਖਲਾਕੀ ਤੌਰ ਤੇ ਹਾਰ ਦਿੱਤੀ ਆ ਉਸ ਜੰਗ ਦੇ ਵਿੱਚ, ਤੇ ਗੁਰੂ ਪਾਤਸ਼ਾਹ ਨੇ ਆਪਣਾ ਸਰਬੰਸ ਵਾਰ ਕੇ ਜਿਸ ਤਰ੍ਹਾਂ ਖਾਲਸਾ ਪੰਥ ਦੀ ਨੀਂਹ ਨੂੰ ਸਿੰਜਿਆ ਦੇ ਵਿੱਚ ਇਸ ਕਿਸਮ ਦੀ ਜਿਹੜੀ ਮਿਸਾਲ ਹੈ ਉਹ ਨਹੀਂ ਮਿਲਦੀ। ਤਾਂ ਜਦੋਂ ਅਸੀਂ ਸਰਸਾ ਨਦੀ ਦੇ ਉੱਤੇ ਦੇ ਕੰਢੇ 'ਤੇ ਖੜ੍ਹ ਕੇ, ਸਤਲੁਜ ਦੇ ਕੰਢੇ 'ਤੇ ਖੜ੍ਹ ਕੇ ਉਹਨਾਂ ਇਤਿਹਾਸਕ ਹਵਾਲਿਆਂ ਨੂੰ ਯਾਦ ਕਰਦੇ ਹਾਂ ਤਾਂ ਉਸ ਦਾ ਮਾਇਨਾ ਬਣਦਾ। ਅੱਜ 21ਵੀਂ ਸਦੀ ਦਾ ਸੰਸਾਰ ਹੈ, ਉਹ ਜਦੋਂ ਗੁਰ ਇਤਿਹਾਸ ਨੂੰ ਸਮਝਦਾ, ਗੁਰ ਜੀਵਨ ਨੂੰ ਸਮਝਦਾ, ਸਾਡੀ ਨਵੀਂ ਪੀੜ੍ਹੀ ਦੇ ਸਾਹਮਣੇ ਜੋ ਸਿੱਖ ਸ਼ਹਾਦਤ ਦਾ ਸੰਕਲਪ ਹੈ, ਜੋ ਸਿੱਖ ਸਹਿਜ ਦਾ ਸੰਕਲਪ ਹੈ, ਜੋ ਸਿੱਖ ਚੜ੍ਹਦੀ ਕਲਾ ਦਾ ਸੰਕਲਪ ਹੈ, ਉਹ ਇਸ ਸਾਰੇ ਵਾਕਿਏ ਦੇ ਵਿੱਚੋਂ ਜੋ ਇਹ ਸਾਰਾ ਇਤਿਹਾਸਕ ਹਵਾਲਾ ਹੈ ਸਰਸਾ ਦੀ ਨਦੀ ਦੇ ਕੰਢੇ 'ਤੇ ਜੋ ਵਾਪਰਿਆ ਉਸ 'ਚੋਂ ਸਮਝਿਆ ਜਾ ਸਕਦਾ, ਸਿੱਖਿਆ ਜਾ ਸਕਦਾ। ਗੁਰ ਇਤਿਹਾਸ, ਗੁਰ ਜੀਵਨ, ਗੁਰ ਕਾਲ ਕਿਸ ਤਰ੍ਹਾਂ ਮਨੁੱਖਤਾ ਨੂੰ ਇਹ ਸੁਨੇਹਾ ਦਿੰਦਾ ਕਿ ਬੇਇਨਸਾਫੀ ਦੇ ਖਿਲਾਫ ਜਿਹੜੀ ਸਮਰਪਣ ਹੈ, ਜਿਹੜੀ ਕੁਰਬਾਨੀ ਹੈ, ਉਹ ਕਿਸ ਹੱਦ ਤੱਕ ਕੀਤੀ ਜਾਣੀ ਚਾਹੀਦੀ ਹੈ। ਇਸ ਜੰਗ ਵਿੱਚ ਦੋਵੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ
3 ਪਿਆਰੇ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ ਸਮੇਤ 38 ਸਿੰਘ ਸ਼ਹਾਦਤ ਦੇ ਬੁਰਜਾਂ ਦੇ ਤਾਜ ਬਣੇ। ਇਸ ਲੜਾਈ ਦਾ ਸੇਕ ਗੁਰੂ ਸਾਹਿਬ ਦੇ ਅਤੀ ਪਿਆਰੇ ਨਿਹੰਗ ਖਾਨ ਦੀ ਭੈਣ ਬੀਬੀ ਉਮਰੀ ਦੇ ਘਰ ਮਾਛੀਵਾੜੇ ਤੱਕ ਪੁੱਜ ਗਿਆ। ਉਹਨਾਂ ਦੇ ਪੁੱਤਰ ਭਾਈ ਨਬੀ ਖਾਨ ਤੇ ਭਾਈ ਗਨੀ ਖਾਨ ਮਨੁੱਖਤਾ ਦੀ ਮੁਹੱਬਤ ਦੇ ਗੀਤਾਂ ਦੇ ਬੋਲ ਬਣਨ ਲਈ ਗੁਰੂ ਸਾਹਿਬ ਨੂੰ ਆ ਮਿਲੇ ਤੇ ਗੁਰੂ ਸਾਹਿਬ ਚਮਕੌਰ ਦੀ ਗੜੀ ਚੋਂ ਨਿਕਲਣ ਤੋਂ ਬਾਅਦ ਉਹਨਾਂ ਨਾਲ ਮਾਛੀਵਾੜੇ ਪੁੱਜੇ। ਜਿਸ ਸਿੱਖ ਦੀਆਂ ਅੱਖਾਂ ਸੇਜਲ ਨਹੀਂ ਹੁੰਦੀਆਂ, ਮੈਂ ਸਮਝਦਾ ਉਸ ਦਾ ਗੁਰੂ ਨਾਲ ਕੋਈ ਵਾਸਤਾ ਹੀ ਨਹੀਂ। ਇਹੀ ਸ਼ਹੀਦ ਦਾ ਮਰਤਬਾ ਹੀ ਇਹ ਹੁੰਦਾ ਕਿ ਜਦੋਂ ਇੱਕ ਪਾਸੇ ਜ਼ਿੰਦਗੀ ਦੇ ਦਰਵਾਜ਼ੇ ਖੁੱਲ੍ਹੇ ਹੋਣ, ਇੱਕ ਪਾਸੇ ਆਫਰ ਦੇ ਢੇਰ ਹੋਣ ਕਿ ਤੁਸੀਂ ਦੁਨੀਆ ਭਰ ਦੇ ਸੁੱਖ ਲੈ ਸਕਦੇ ਹੋ, ਇੱਕ ਪਾਸੇ ਭਿਆਨਕ ਦਰਿੰਦਗੀ ਵਾਲੀ ਮੌਤ ਹੈ। ਅਚਨਚੇਤ ਕਿਸੇ ਦੇ ਮਰਨ ਨੂੰ ਸ਼ਹਾਦਤ ਨਹੀਂ ਕਿਹਾ ਜਾਂਦਾ। ਜਦੋਂ ਚੁਣਨ ਵਾਲਾ ਆਪ ਚੁਣਦਾ ਹੈ ਕਿ ਮੈਂ ਆਪਣੇ ਧਰਮ 'ਚ ਪ੍ਰਪੱਕ ਰਹਿ ਕੇ, ਸੱਚ 'ਤੇ ਪ੍ਰਪੱਕ ਰਹਿ ਕੇ, ਅਸੂਲਾਂ ਦੇ ਵਿੱਚ ਪ੍ਰਪੱਕ ਰਹਿ ਕੇ ਜ਼ੁਲਮ ਦੇ ਨਾਲ ਸਹਿਮਤੀ ਪ੍ਰਗਟ ਨਹੀਂ ਕਰ ਸਕਦਾ, ਮੈਂ ਮੌਤ ਕਬੂਲ ਕਰਦਾ, ਇਹ ਸ਼ਹੀਦੀ ਦਾ ਫਿਰ ਮਰਤਬਾ ਪ੍ਰਾਪਤ। हम जान दे के औरों की जाने बचा चले, सिक्खी की नींव हम है सरों पर उठा चले, हम जान दे के औरों की। ਅੱਜ ਜੇਕਰ ਅਸੀਂ ਗੁਰੂ ਸਾਹਿਬਾਨ ਤੇ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਕੇ ਨਤਮਸਤਕ ਹੋ ਰਹੇ ਹਾਂ ਤਾਂ ਉਸ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਉਹਨਾਂ ਨੇ ਆਪਣਾ ਸਭ ਕੁਝ ਲੁਕਾਈ ਨੂੰ ਸਮਰਪਿਤ ਕਰ ਦਿੱਤਾ। ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਜਦੋਂ ਅਸੀਂ ਸਿਰਫ ਆਪਣੀਆਂ ਨਿੱਜੀ ਗਰਜਾਂ ਲਈ ਜਿਉਂਦੇ ਹਾਂ ਤਾਂ ਸਾਡੀਆਂ ਪ੍ਰਾਪਤੀਆਂ ਵੀ ਪਤਝੜ ਦੇ ਪੱਤਿਆਂ ਵਰਗੀਆਂ ਹੁੰਦੀਆਂ ਨੇ, ਪਰ ਜਦੋਂ ਅਸੀਂ ਮਨੁੱਖਤਾ ਦੇ ਮਾਣ ਵਿੱਚ ਕੁਝ ਕੁਰਬਾਨ ਕਰਦੇ ਹਾਂ ਤਾਂ ਸਾਡੀਆਂ ਪ੍ਰਾਪਤੀਆਂ ਦਾ ਕੱਦ ਵੀ ਅਸਮਾਨ 'ਤੇ ਫੈਲੀ ਸਤਰੰਗੀ ਪੀਂਘ ਵਰਗਾ ਹੋ ਜਾਂਦਾ। ਸਾਨੂੰ ਮਾਣ ਹੈ ਕਿ ਅਸੀਂ ਉਸ ਧਰਤ ਦੇ ਜਾਏ ਹਾਂ ਜਿਸ 'ਤੇ ਸਮੇਂ-ਸਮੇਂ 'ਤੇ ਸ਼ਹਾਦਤ ਦਾ ਸ਼ਹਿਦ ਚਖਣ ਲਈ ਸੂਰਮੇ ਕੁਰਬਾਨੀਆਂ ਦੀ ਸਤਰੰਗੀ ਪੀਂਘ ਝੂਟਦੇ ਰਹੇ ਨੇ। चढ़िया सूरमा वीर अजीत गड़ियों, चढ़ते बदल ने जिवें बरसात अंदर। चढ़िया सूरमा वीर अजीत गड़ियों, चढ़ते बदल ने जिवें बरसात अंदर। ओदी तेग दी चमक नूं तक सूरज डरिया सहमिया नीले आकाश अंदर। ओदी झंडी ने कई हजार मोछे, हजार मोछे, हजार मोछे। ओदी झंडी ने कई हजार मोछे, किते दुश्मना दे बैली जात अंदर। खड़ा हो